ਉਹਨੇ ਕਿਹਾ ਪਿਛਲੀ ਗਰਮੀਆਂ ਦੀ ਗੱਲ ਹੈ, ਜਦ ਮੈਂ ਆਪਣੇ ਚੰਗੇ ਮਿੱਤਰ ਲੀਓ ਤੇ ਜੀਨ ਨਾਲ ਬਰਾਂਡੇ ਵਿੱਚ ਬੈਠਾ ਉਹਨਾਂ ਨੂੰ ਪਰਮੇਸ਼ਰ ਦਾ ਵਚਨ ਸਿਖਾ ਰਿਹਾ ਸੀ। ਅਸੀਂ ਮਾਂ ਦੇ ਪਿਆਰ ਨਾਮਕ ਵਿਸ਼ੇ ਤੇ ਡੂੰਘੇ ਪਾਠ ਤੇ ਗੱਲ ਕਰ ਰਹੇ ਸੀਗੇ। ਮੈਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ, ਸਿਰਫ ਪੜਾਂਗਾ, ਤੁਸੀਂ ਸੁਣੋ। ਉਹਨੇ ਕਿਹਾ ਮਾਂ ਦੇ ਪਿਆਰ ਉੱਤੇ ਅਸੀਂ ਗੱਲਾਂ ਕਰ ਰਹੇ ਸੀਗੇ ਆਪਣੇ ਦੋਸਤਾਂ ਨਾਲ ਬੈਠੇ ਬਾਹਰ। ਤਾਂ ਕੀ ਹੋਇਆ, ਉਸ ਸਵੇਰ ਅਖਬਾਰ ਵਿੱਚ ਇੱਕ ਸੁੰਦਰ ਜਵਾਨ ਨੀਗਰੋ ਮਾਂ ਦੀ ਕਹਾਣੀ ਸੀ ਜਿਸ ਨੇ ਇੱਕ ਨਜਾਇਜ਼ ਬਾਲਕ ਨੂੰ ਜਨਮ ਦਿੱਤਾ ਸੀ। ਉਹ ਉਸ ਨੂੰ ਲੈ ਕੇ ਓਹਾਈਓ ਨਦੀ ਦੇ ਪੁਲ ਤੇ ਗਈ ਅਤੇ ਉਸ ਨੂੰ ਕੰਬਲ ਵਿੱਚ ਲਪੇਟ ਕੇ ਪਾਣੀ ਵਿੱਚ ਸੁੱਟ ਦਿੱਤਾ। ਤੁਹਾਨੂੰ ਪਤਾ ਏਦਾਂ ਕੰਮ ਹੁੰਦੇ ਆ, ਜਦੋਂ ਨਜਾਇਜ਼ ਸੰਬੰਧ ਬਣਾਏ ਜਾਂਦੇ, ਨਜਾਇਜ਼ ਬੱਚੇ ਪੈਦਾ ਹੁੰਦੇ ਔਰ ਫਿਰ ਉਹਨਾਂ ਨੂੰ ਰੱਖ ਨਹੀਂ ਸਕਦੇ, ਉਹਨਾਂ ਨੂੰ ਕਿਤੇ ਨਾ ਕਿਤੇ ਸੁੱਟ ਜਾਂਦੇ ਆ। ਏਦਾਂ ਹੀ ਉਹਨਾਂ ਦਿਨਾਂ 'ਚ ਵੀ ਅਖਬਾਰ 'ਚ ਆਇਆ ਕਿ ਇੱਕ ਔਰਤ ਨੇ ਆਪਣੇ ਬੱਚੇ ਨੂੰ ਜੋ ਨਜਾਇਜ਼ ਸੀਗਾ ਲਪੇਟ ਕੇ ਨਦੀ 'ਚ ਸੁੱਟ ਦਿੱਤਾ। ਕਿਸੇ ਟੈਕਸੀ ਡਰਾਈਵਰ ਨੇ ਦੇਖ ਲਿਆ, ਉਹਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ, ਉਹ ਤਾਂ ਉਹਨੂੰ ਫੜ ਕੇ ਲੈ ਗਏ। ਤਾਂ ਨਵੀਂ ਕਹਿ ਰਿਹਾ ਤੇ ਉਹਨਾਂ ਨੇ ਇਹ ਗੱਲ ਬਿਲਕੁਲ ਉਸੇ ਤਰ੍ਹਾਂ ਮਿਲੀ। ਅਸੀਂ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕਰ ਰਹੇ ਸੀ। ਪੱਕਾ ਹੀ ਉਸ ਤੀਵੀਂ ਵਿੱਚ ਕੋਈ ਪਿਆਰ ਨਹੀਂ ਸੀ, ਉਹ ਸਿਰਫ ਇੱਕ ਜਨਾਨੀ ਸੀ ਜਿਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਔਰ ਉਹ ਯਕੀਨਨ ਇੱਕ ਮਾਂ ਨਹੀਂ ਸੀ। ਉਹਨੇ ਕਿਹਾ ਮੈਂ ਏਦਾਂ ਦੀ ਆਪਣੇ ਦੋਸਤ ਨਾਲ ਗੱਲਾਂ ਕਰ ਰਿਹਾ ਸੀ। ਅਸੀਂ ਵੇਖਿਆ ਕਿ ਇੱਕ ਓਪੋਸਮ ਸਿੱਧਾ ਹੀ ਉਸ ਰਾਹ ਤੇ ਆ ਰਹੀ ਸੀ ਜਿੱਥੇ ਮੈਂ ਆਪਣੀ ਕਾਰ ਚਲਾਉਂਦਾ ਹਾਂ। ਉਸਨੇ ਉਸ ਦੂਸਰੇ ਵਿਹੜੇ ਨੂੰ ਪਾਰ ਕਰ ਲਿਆ ਸੀ ਜਿੱਥੇ ਕੋਈ ਵਾੜ ਨਹੀਂ ਸੀ ਅਤੇ ਉਹ ਇੱਥੇ ਮੇਰੇ ਵਾਲੇ ਵਿੱਚ ਆਈ ਜਿੱਥੇ ਸਾਰੇ ਪਾਸੇ ਵਾੜ ਸੀ ਅਤੇ ਉਹ ਇੰਜ ਆਈ ਜਿਵੇਂ ਉਹ ਆਪਣਾ ਰਾਹ ਜਾਣਦੀ ਸੀ, ਕਿਉਂਕਿ ਉਸ ਨੂੰ ਵਾੜ ਦੇ ਹੇਠੋਂ ਘਿਸਰ ਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਾਰ ਵਾਲੇ ਰਾਹ ਤੋਂ ਹੁੰਦਿਆਂ ਆਈ ਸੀ, ਅੰਦਰ ਮੁੜੀ ਅਤੇ ਤੁਰਦੀ ਹੋਈ ਮੇਰੇ ਅਗਲੇ ਬਰਾਂਡੇ ਵੱਲ ਆ ਗਈ। ਮੈਂ ਮੁੰਡਿਆਂ ਨੂੰ ਕਿਹਾ ਇਹ ਜ਼ਰੂਰ ਹਲਕੀ ਹੋਈ ਹੈ ਜਾਂ ਅਜਿਹਾ ਹੀ ਕੁਝ ਹੈ, ਕਿਉਂਕਿ ਓਪੋਸਮ ਤਾਂ ਸਿਰਫ ਰਾਤ ਨੂੰ ਹੀ ਚੱਲਦੇ ਹਨ, ਉਹ ਤਾਂ ਮੁਸ਼ਕਿਲ ਨਾਲ ਹੀ ਦਿਨ ਵਿੱਚ ਦੇਖ ਸਕਦੇ ਹਨ। ਅਸੀਂ ਉਸ ਨੂੰ ਮਿਲਣ ਲਈ ਕਾਰ ਵਾਲੀ ਪਗਡੰਡੀ ਤੇ ਤੁਰ ਕੇ ਕੁਝ ਦੂਰ ਗਏ। ਮੈਂ ਬੀਚੇ ਵਾਲੇ ਫਾਵੜੇ ਨੂੰ ਚੁੱਕਿਆ ਜਿਸ ਨੂੰ ਇੱਕ ਦਿਨ ਪਹਿਲਾਂ ਹੀ ਭਾਈ ਵੁੱਡ ਨੇ ਉੱਥੇ ਰੱਖਿਆ ਸੀ ਅਤੇ ਮੈਂ ਉਸ ਨੂੰ ਸਾਵਧਾਨੀ ਨਾਲ ਚੁੱਕ ਕੇ ਓਪੋਸਮ ਉੱਪਰ ਰੱਖਿਆ। ਬਜਾਏ ਇਸ ਦੇ ਕਿ ਉਹ ਖੇਡੇ ਜਿਵੇਂ ਕਿ ਉਹ ਕਰਦੀ ਹੈ, ਉਹ ਉਸ ਯੰਤਰ ਫਾਵੜੇ ਨੂੰ ਟੁੱਕਣ ਲੱਗ ਪਈ। ਇਸ ਨੇ ਮੈਨੂੰ ਖਤਰੇ ਦੇ ਚਿੰਨ੍ਹ ਵਜੋਂ ਥੋੜਾ ਜਿਹਾ ਚੁਕੰਨਾ ਕਰ ਦਿੱਤਾ, ਜਿਵੇਂ ਕਿ ਓਪੋਸਮ ਹਮੇਸ਼ਾ ਖੇਡਦੇ ਹਾਂ। ਇਹ ਉਸ ਦੇ ਭਾਵ ਦੀ ਸ਼ੁਰੂਆਤ ਹੈ। ਮੈਂ ਉਸ ਨੂੰ ਉਸ ਦੀ ਪਿੱਠ ਵੱਲ ਘੁਮਾਇਆ ਅਤੇ ਦੇਖਿਆ ਕਿ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ। ਉਸ ਦੀ ਇੱਕ ਲੱਤ ਟੁੱਟੀ ਹੋਈ ਸੀ ਅਤੇ ਇੱਕ ਪਾਸੇ ਉਸ ਦਾ ਸਿਰ ਕੁਚਲਿਆ ਹੋਇਆ ਅਤੇ ਉਹ ਸੁੱਕੇ ਹੋਏ ਖੂਨ ਨਾਲ ਭਰਿਆ ਹੋਇਆ ਸੀ। ਮੱਖੀਆਂ ਨੇ ਉਸ ਜ਼ਖਮ ਨੂੰ ਖਰਾਬ ਕਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜ਼ਖਮ ਨੂੰ ਅਜਿਹਾ ਕਰ ਦਿੱਤਾ ਸੀ ਕਿ ਉਸ ਵਿੱਚ ਕੀੜੇ ਮਕੌੜੇ ਪੈਦਾ ਹੋ ਜਾਣ ਅਤੇ ਉਸ ਵਿੱਚ ਸੜੇ ਹੋਏ ਮਾਂਸ ਜਿਸ ਵਿੱਚ ਕੀੜੇ ਪਏ ਹੋਏ ਹੋਣ ਜਿਹੀ ਬਦਬੂ ਆ ਰਹੀ ਸੀ। ਉਹ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ, ਜਿਵੇਂ ਕਿ ਉਹ ਆਪਣੀ ਪਿੱਠ ਤੇ ਬਲ ਲੇਟੀ ਹੋਈ ਸੀ। ਕੁਝ ਪਲਾਂ ਲਈ ਉਸ ਦੀ ਉਹ ਥੈਲੀ ਜਿਸ ਵਿੱਚ ਉਸਨੇ ਆਪਣੇ ਛੋਟੇ ਬੱਚਿਆਂ ਨੂੰ ਚੁੱਕਿਆ ਹੋਇਆ ਸੀ ਕਮਜ਼ੋਰੀ ਕਾਰਨ ਖੁੱਲ ਗਈ ਸੀ। ਉਸ ਦੀਆਂ ਮਾਸਪੇਸ਼ੀਆਂ ਇੰਨੀਆਂ ਥੱਕੀਆਂ ਅਤੇ ਕਮਜ਼ੋਰ ਹੋ ਗਈਆਂ ਸਨ ਕਿ ਉਹ ਬਹੁਤ ਜ਼ਿਆਦਾ ਦੇਰ ਤੱਕ ਆਪਣੀ ਥੈਲੀ ਨੂੰ ਬੰਦ ਕਰਕੇ ਨਾ ਰੱਖ ਸਕੇ। ਉਸ ਦੇ 9 ਛੋਟੇ ਛੋਟੇ ਬੱਚੇ ਸਨ ਅਤੇ ਉਹ ਉਹਨਾਂ ਨੂੰ ਦੁੱਧ ਪਿਲਾ ਰਹੀ ਸੀ। ਉਹ ਕੀ ਤੁਸੀਂ ਜਰਾ ਇਸ ਬਾਰੇ ਸੋਚੋਗੇ? ਆਪਣੇ ਟੁੱਟਦੇ ਹੋਏ ਸਾਹਾਂ ਅਤੇ ਤਾਕਤ ਨਾਲ ਉਹ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਦੁੱਧ ਪਿਲਾ ਰਹੀ ਸੀ ਅਤੇ ਉਹਨਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਲੀਓ ਤੇ ਜੀਨ ਨੂੰ ਕਿਹਾ, ਮੁੰਡਿਆ ਦੇਖੋ, ਇਹ ਰਹੀ ਇੱਕ ਅਸਲੀ ਸੱਚੀ ਮਾਂ। ਉਹ ਆਪਣੇ ਅਖੀਰਲੇ ਸਾਹ ਨਾਲ ਆਪਣੇ ਬੱਚਿਆਂ ਲਈ ਜਦੋਜਹਿਦ ਕਰ ਰਹੀ ਹੈ, ਜਦ ਕਿ ਉਸ ਕਾਲੀ ਤੀਵੀ ਨੇ ਆਪਣੇ ਬੱਚੇ ਨੂੰ ਨਦੀ ਵਿੱਚ ਸੁੱਟ ਦਿੱਤਾ ਸੀ। ਇਹ ਹੈ ਆਪਣੀ ਸੰਤਾਨ ਲਈ ਇੱਕ ਮਾਂ ਦਾ ਅਸਲੀ ਸੱਚਾ ਪਿਆਰ। ਉਹ ਮੇਰਾ ਦਿਲ ਛੂਹਿਆ ਗਿਆ। ਇਸ ਤੋਂ ਬਾਅਦ ਉਸਨੇ ਫਿਰ ਉੱਪਰ ਉੱਠਣ ਦੀ ਕੋਸ਼ਿਸ਼ ਕੀਤੀ, ਇਸ ਲਈ ਮੈਂ ਉਸਨੂੰ ਅਜਿਹਾ ਕਰਨ ਦਿੱਤਾ ਅਤੇ ਉਹ ਉਸ ਪਗਡੰਡੀ ਤੇ ਮੇਰੇ ਘਰ ਵੱਲ ਜਾਣ ਲੱਗੀ ਜਦ ਕਿ ਅਸੀਂ ਖੜੇ ਉਸ ਨੂੰ ਦੇਖ ਰਹੇ ਸਾਂ। ਉਹ ਓਪੋਸਮ ਸਿੱਧੇ ਹੀ ਸਾਹਮਣੇ ਵਾਲੀਆਂ ਪੌੜੀਆਂ ਤੇ ਪਹੁੰਚੀ ਅਤੇ ਉੱਥੇ ਡਿੱਗ ਗਈ। ਫਿਰ ਉਸਨੇ ਇੱਕ ਵੀ ਕਦਮ ਨਹੀਂ ਪੁੱਟਿਆ। ਅਸੀਂ ਤੁਰ ਕੇ ਉਸ ਕੋਲ ਗਏ ਅਤੇ ਉਸ ਸਮੇਂ ਤੱਕ ਭਾਈ ਵੁੱਡਸ ਅਤੇ ਭੈਣ ਵੁੱਡਸ ਆ ਗਏ। ਭੈਣ ਵੁੱਡਸ ਜੋ ਪਸ਼ੂਆਂ ਦੇ ਡਾਕਟਰ ਹਨ ਨੇ ਮੈਨੂੰ ਕਿਹਾ ਉਹ ਜਿਉਂਦੀ ਰਹਿਣ ਵਾਲੀ ਲਈ ਬਹੁਤ ਹੀ ਜ਼ਿਆਦਾ ਜ਼ਖਮੀ ਹੈ, ਇਸ ਲਈ ਭਾਈ ਬ੍ਰਾਹਨਮ ਉਸ ਨੂੰ ਮਾਰ ਦੇਣਾ ਹੋਵੇਗਾ। ਮੈਂ ਕਿਹਾ ਉਹ ਮੈਂ ਇੰਜ ਨਹੀਂ ਕਰ ਸਕਦਾ ਅਤੇ ਉਸਨੇ ਕਿਹਾ ਪਰ ਉਹ ਮਰ ਜਾਏਗੀ। ਸੁਣਦੇ ਹੋ ਸਾਰੇ? ਭਾਈ ਤੇ ਭੈਣ ਵਿਸ਼ਵਾਸੀ ਪਰਿਵਾਰ ਉਹਨਾਂ ਦੇ ਘਰ ਆਏ, ਭਾਈ ਜੀ ਇਹਨੂੰ ਮਾਰ ਦਿਓ ਕਿਉਂਕਿ ਵਿਚਾਰੀ ਬੜੀ ਬੁਰੀ ਹਾਲਤ 'ਚ ਹੈ, ਹਨਾ। ਨਬੀ ਨੇ ਕਿਹਾ ਮੈਂ ਏਦਾਂ ਨਹੀਂ ਕਰ ਸਕਦਾ। ਮੈਂ ਕਿਹਾ ਉਹ ਮੈਂ ਇੰਜ ਨਹੀਂ ਕਰ ਸਕਦਾ ਤੇ ਉਸਨੇ ਕਿਹਾ ਪਰ ਉਹ ਮਰ ਜਾਏਗੀ ਅਤੇ ਉਸਦੇ ਬੱਚੇ ਭੁੱਖ ਨਾਲ ਮਰ ਜਾਣਗੇ। ਉਸਨੇ ਆਖਿਆ ਬਸ ਉਹਨਾਂ ਬੱਚਿਆਂ ਨੂੰ ਲੈ ਲਓ ਅਤੇ ਉਹਨਾਂ ਨੂੰ ਛੇਤੀ ਨਾਲ ਮਾਰ ਦਿਓ। ਉਹਨਾਂ ਮੈਨੂੰ ਇਸ ਗੱਲ ਲਈ ਪੱਕਾ ਕੀਤਾ ਕਿ ਉਹਨਾਂ ਦੇ ਦੁੱਖ ਭੋਗਣ ਦੀ ਬਜਾਏ ਉਹਨਾਂ ਨੂੰ ਮਾਰ ਦੇਣਾ ਬਿਹਤਰ ਹੋਵੇਗਾ, ਪਰ ਉਹ ਮੈਂ ਉਸ ਤਰ੍ਹਾਂ ਨਹੀਂ ਕਰ ਸਕਦਾ ਸੀ। ਇਸ ਲਈ ਉਸਨੇ ਕਿਹਾ ਠੀਕ ਹੈ ਭਾਈ ਬ੍ਰਾਹਨਮ, ਜਾ ਕੇ ਬੰਦੂਕ ਲੈ ਆਓ ਅਤੇ ਉਸ ਵਿਚਾਰੇ ਜੀਵ ਨੂੰ ਮਾਰ ਦਿਓ।
मैं क्या नहीं भैन वुड्स, मैं विश्वास नहीं करता कि अजिहा करा, मैं बस इस तरह नहीं कर सकता। फिर उसने कहा तुम तो एक शिकारी हो कि तुम नहीं हो। ਅਤੇ मैं क्या जी हाँ पर मैं कातिल नहीं हाँ। इसलिए उसने कहा ठीक है तो फिर मेरे पति ਨੂੰ ਕਹੋ ਕਿ ਉਹ ਅਜਿਹਾ ਕਰਨ। ਪਰ ਮੈਨੂੰ ਬਿਲਕੁਲ ਵੀ ਨਹੀਂ ਲੱਗਾ ਕਿ ਅਜਿਹਾ ਕਰਨ ਲਈ ਕਰਨਾ ਇੱਕ ਯੋਜਨਾ ਹੋ ਸਕਦੀ ਹੈ। ਇਸ ਲਈ ਮੈਂ ਕਿਹਾ ਚੰਗਾ ਅਸੀਂ ਥੋੜਾ ਚਿਰ ਇੰਤਜ਼ਾਰ ਕਰਦੇ ਹਾਂ। ਦਿਨ ਲੰਘ ਗਿਆ ਅਤੇ ਉਸ ਸ਼ਾਮ ਮੈਂ ਆਪਣੇ ਪਰਿਵਾਰ ਨਾਲ ਘੋੜਸਵਾਰੀ ਲਈ ਬਾਹਰ ਚਲਾ ਗਿਆ। ਜਦੋਂ ਅਸੀਂ ਵਾਪਸ ਆਏ ਤਾਂ ਮੈਂ ਇਹ ਦੇਖਣ ਲਈ ਗਿਆ ਕਿ ਉਹ ਓਪੋਸਮ ਅਜੇ ਵੀ ਉੱਥੇ ਹੈ। ਉਹ ਬਿਲਕੁਲ ਉੱਥੇ ਹੀ ਸੀ। ਉਹ ਮੌਤ ਦੇ ਬਹੁਤ ਹੀ ਜ਼ਿਆਦਾ ਨੇੜੇ ਸੀ। ਮੈਂ ਜਾਣਦਾ ਸੀ ਕਿ ਜੇਕਰ ਉਸ ਵਿੱਚ ਜਰਾ ਕੁ ਵੀ ਜਾਨ ਹੁੰਦੀ ਤਾਂ ਜਿਉਂ ਹੀ ਹਨੇਰਾ ਹੁੰਦਾ ਉਹ ਚਲੀ ਗਈ ਹੁੰਦੀ, ਕਿਉਂਕਿ ਉਹ ਰਾਤ ਨੂੰ ਚੱਲਦੇ ਫਿਰਦੇ ਹਨ। ਪਰ ਉੱਥੇ ਲੰਮੀ ਪਈ ਹੋਈ ਸੀ ਅਤੇ ਉਸਦੇ ਬੱਚੇ ਅਜੇ ਵੀ ਉਸ ਦਾ ਦੁੱਧ ਚੁੰਗਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਮੈਨੂੰ ਉਸ ਵਿਚਾਰੇ ਜ਼ਖਮੀ ਜਾਨਵਰ ਲਈ ਬੜਾ ਹੀ ਦੁੱਖ ਹੋਇਆ ਜੋ ਉੱਥੇ ਲੰਮਾ ਪਿਆ ਮਰ ਰਿਹਾ ਸੀ। ਅਗਲੀ ਸਵੇਰ ਤੜਕੇ ਮੇਰੀ ਬੇਟੀ ਰਿਬਕਾ ਮੇਰੇ ਕੋਲ ਆਈ। ਸਵੇਰ ਦੇ ਲਗਭਗ 6 ਵਜੇ ਸਨ ਅਤੇ ਮੈਂ ਬਸ ਆਪਣੀ ਗੁਫਾ ਵਿੱਚ ਪ੍ਰਭੂ ਦੇ ਵਚਨ ਦਾ ਧਿਆਨ ਕਰਨ ਲਈ ਜਾ ਚੁੱਕਾ ਸੀ। ਉਸਨੇ ਕਿਹਾ ਡੈਡੀ ਮੈਂ ਉਸ ਬੁੱਢੀ ਓਪੋਸਮ ਮਾਂ ਨੂੰ ਬਸ ਆਪਣੇ ਦਿਮਾਗ ਵਿੱਚੋਂ ਨਹੀਂ ਕੱਢ ਸਕੀ। ਮੈਂ ਕਿਹਾ ਬੈਕੀ ਮੈਂ ਵੀ ਨਹੀਂ ਕੱਢ ਸਕਿਆ। ਇਸ ਲਈ ਅਸੀਂ ਜਾ ਕੇ ਉਸ ਨੂੰ ਦੇਖਣ ਦਾ ਫੈਸਲਾ ਕੀਤਾ ਅਤੇ ਜਦ ਅਸੀਂ ਉਸ ਸਵੇਰ ਤੜਕੇ ਉੱਥੇ ਉਸ ਕੋਲ ਖੜੇ ਸਾਂ ਉਸ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਲੱਗੀ। ਉਸ ਦਾ ਸਾਹ ਇੰਨਾ ਜ਼ਿਆਦਾ ਹੌਲੀ ਸੀ ਕਿ ਤੁਸੀਂ ਬੜੀ ਮੁਸ਼ਕਿਲ ਨਾਲ ਉਸ ਨੂੰ ਲੱਭ ਸਕਦੇ। ਬੈਕੀ ਰੋਣ ਲੱਗ ਪਈ ਅਤੇ ਇਸ ਕਰਕੇ ਅਸੀਂ ਅੰਦਰ ਚਲੇ ਗਏ ਅਤੇ ਮੈਂ ਉਸ ਨੂੰ ਵਾਪਸ ਬੈੱਡ ਤੇ ਭੇਜ ਦਿੱਤਾ। ਮੈਂ ਵਾਪਸ ਗੁਫਾ ਵਿੱਚ ਆਇਆ ਤੇ ਹੇਠਾਂ ਬੈਠ ਗਿਆ। ਮੈਂ ਸੋਚਿਆ ਹੇ ਖੁਦਾ ਉਹ ਵਿਚਾਰੀ ਓਪੋਸਮ ਮਾਂ ਜ਼ਰੂਰ ਹੀ ਕਿਸ ਤਰ੍ਹਾਂ ਦੁੱਖ ਚੱਲ ਰਹੀ ਹੈ ਕਿ ਮੈਨੂੰ ਉਸ ਨੂੰ ਮਰਦਿਆਂ ਨਹੀਂ ਵੇਖਣਾ ਪਵੇਗਾ। ਅਤੇ ਜਦ ਕਿ ਮੈਂ ਉੱਥੇ ਬੈਠਾ ਸੀ ਕਿਸੇ ਚੀਜ਼ ਨੇ ਮੈਨੂੰ ਕਿਹਾ ਕੱਲ ਤੂੰ ਉਸ ਬਾਰੇ ਪ੍ਰਚਾਰ ਕਰ ਰਿਹਾ ਸੀ, ਤੂੰ ਉਸ ਨੂੰ ਆਪਣੇ ਵਿਸ਼ੇ ਦੇ ਤੌਰ ਤੇ ਲਿਆ ਸੀ। ਮੈਂ ਕਿਹਾ ਇਹ ਸੱਚ ਹੈ। ਤੂੰ ਕਿਹਾ ਸੀ ਕਿ ਉਹ ਇੱਕ ਅਸਲੀ ਮਾਂ ਸੀ। ਮੈਂ ਕਿਹਾ ਇਹ ਸੱਚ ਹੈ। ਪਰ ਮੈਂ ਹੀ ਉਸ ਨੂੰ ਤੇਰੇ ਦਰਵਾਜ਼ੇ ਤੇ ਭੇਜਿਆ ਹੈ ਅਤੇ ਉਹ ਤੇਰੇ ਦਰਵਾਜ਼ੇ ਤੇ ਇੰਜ ਰੁਕੀ ਰਹੀ ਜਿਵੇਂ ਕਿ ਕੋਈ ਔਰਤ ਆਪਣੇ ਲਈ ਦੁਆ ਕਰਾਉਣ ਦੀ ਵਾਰੀ ਲਈ 24 ਘੰਟੇ ਰੁਕੀ ਰਹੀ ਹੋਵੇ। ਹਾਲੇਲੂਇਆ। ਅਤੇ ਤੂੰ ਇੱਕ ਵੀ ਸ਼ਬਦ ਨਹੀਂ ਬੋਲਿਆ। ਮੈਂ ਕਿਹਾ ਚੰਗਾ ਨਹੀਂ। ਮੈਂ ਕਿਹਾ ਮੈਂ ਕਿਸ ਤਰ੍ਹਾਂ ਨਾਲ ਗੱਲ ਮੈਂ ਕਿਸ ਨਾਲ ਗੱਲ ਕਰ ਰਿਹਾ ਕਿ ਮੈਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ। ਮੈਂ ਉੱਪਰ ਉਛਲਿਆ ਅਤੇ ਮੈਂ ਸੋਚਿਆ ਉਹ ਕੀ ਇਹ ਤੂੰ ਹੈ ਖੁਦਾ। ਮੈਂ ਆਪਣਾ ਸਿਰ ਝੁਕਾਇਆ ਤੇ ਰੋ ਕੇ ਕਿਹਾ ਹੇ ਦਿਆਲੂ ਪਰਮੇਸ਼ਵਰ ਇਸ ਬਾਰੇ ਨਾ ਜਾਣਨ ਕਰਕੇ ਆਪਣੀ ਘਟੀਆ ਦਾਸ ਨੂੰ ਮਾਫ ਕਰ ਦੇ। ਪਿਆਰੇ ਪ੍ਰਭੂ ਬੁੱਧੀ ਵਿੱਚ ਬਹੁਤ ਘੱਟ ਅਤੇ ਮੂਰਖ ਹੋਣ ਕਰਕੇ ਮੈਨੂੰ ਬਹੁਤ ਦੁੱਖ ਹੈ। ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਮੈਨੂੰ ਮਾਫ ਕਰ ਦੇ। ਇੰਨਾ ਕਹਿ ਕੇ ਮੈਂ ਉਸ ਵਿਚਾਰੀ ਬੁੱਢੀ ਓਪੋਸਮ ਵੱਲ ਭੱਜਿਆ ਅਤੇ ਉਸ ਦੇ ਕੋਲ ਜਾ ਕੇ ਗੋਡੇ ਟੇਕ ਕੇ ਆਪਣਾ ਸਿਰ ਖੁਦਾ ਵੱਲ ਚੁੱਕਿਆ ਤੇ ਉਸ ਦੀ ਚੰਗਿਆਈ ਲਈ ਪ੍ਰਾਰਥਨਾ ਕੀਤੀ। ਜ਼ਰੂਰ ਉਹਨੇ ਕਿਹਾ ਹੋਏਗਾ ਪ੍ਰਭੂ ਇਹਦੇ ਵਿੱਚ ਵੀ ਜਾਨ ਹੈ, ਇਹ ਵੀ ਇੱਕ ਮਾਂ ਹੈ, ਇਹਦੇ ਵੀ ਬੱਚੇ ਇਹਨੂੰ ਚਾਹੁੰਦੇ ਆ, ਕਿੱਦਾਂ ਮਰ ਰਹੀ ਆ ਪਰ ਦੁੱਧ ਪਿਲਾ ਰਹੀ ਉਹਨਾਂ ਨੇ। ਪਿਤਾ ਤੂੰ ਦਇਆ ਕਰ ਦੇ, ਤੂੰ ਸਭ ਕੁਛ ਕਰ ਸਕਦਾ। ਉਹਨੇ ਕਿਹਾ ਜਦੋਂ ਮੈਂ ਦੇਖਿਆ ਹਾਲੇਲੂਇਆ ਆਮੀਨ ਮੈਂ ਪ੍ਰਾਰਥਨਾ ਕੀਤੀ। ਮੈਂ ਉਸ ਦੀ ਬੇਜਾਨ ਦੇਹ ਤੇ ਆਪਣਾ ਹੱਥ ਰੱਖਿਆ ਅਤੇ ਭਗਤੀ ਭਾਵ ਨਾਲ ਦੁਆ ਕੀਤੀ ਅਤੇ ਜਿਵੇਂ ਮੈਂ ਆਪਣੇ ਪੈਰਾਂ ਤੇ ਖੜਾ ਹੋਇਆ ਇੱਕ ਨਵੇਂ ਸਿਰੇ ਤੋਂ ਉਹਦੀ ਦੇਹ ਵਿੱਚ ਜੀਵਨ ਆਉਣਾ ਸ਼ੁਰੂ ਹੋ ਗਿਆ। ਇਹ ਆ ਪਾਵਰ ਆਫ ਗੋਡ। ਇਹ ਖੁਦਾ ਜਿਹੜਾ ਜਾਨਵਰਾਂ ਤੇ ਹੱਕ ਰੱਖਦਾ ਹੈ, ਜਿਹੜਾ ਰੁੱਖਾਂ ਤੇ ਹੱਕ ਰੱਖਦਾ ਹੈ, ਹਰ ਇੱਕ ਇਨਸਾਨ ਤੇ ਹੱਕ ਰੱਖਦਾ ਹੈ। ਉਹ ਛਾਲ ਮਾਰ ਕੇ ਆਪਣੇ ਪੈਰਾਂ ਤੇ ਖੜੀ ਹੋ ਗਈ, ਆਪਣੇ ਬੱਚਿਆਂ ਨੂੰ ਲੈ ਕੇ ਚਲ ਗਈ। ਉਹਨੇ ਕਿਉਰਿਆਂ ਦੇਖ ਕੇ ਏਦਾਂ ਲੱਗ ਰਿਹਾ ਸੀਗਾ ਜਿੱਦਾਂ ਕਹਿ ਰਹੀ ਭਾਈ ਜੀ ਤੁਹਾਡਾ ਧੰਨਵਾਦ ਤੂੰ ਮੇਰੇ ਲਈ ਦੁਆ ਕੀਤੀ। That's the power of God. Hallelujah. ਇਹ ਮੈਂ ਉਹਨਾਂ ਨੇ ਕਿਹਾ ਉਸ ਰਾਤ ਚਲ ਗਈ ਜਿੱਥੋਂ ਆਈ ਸੀ ਅਤੇ ਉਹ ਜੰਗਲਾਂ ਵਿੱਚ ਚਲੀ ਗਈ। ਮੈਂ ਕਿੰਨਾ ਖੁਸ਼ ਹੋਇਆ ਮੈਂ ਖੁਦਾ ਕਿੰਨਾ ਧੰਨਵਾਦ ਕੀਤਾ। ਉਸਨੇ ਉਸ ਬੁੱਢੀ ਮਰ ਰਹੀ ਓਪਸਮ ਨੂੰ ਪ੍ਰਾਰਥਨਾ ਕਰਵਾਉਣ ਲਈ ਮੇਰੇ ਬੂਹੇ ਤੇ ਭੇਜਿਆ ਸੀ। ਮੈਂ ਕਹਿਣਾ ਚਾਹੁੰਦਾ ਆ ਕਿ ਇੱਕ ਖੁਦਾ ਆਪਣੇ ਬੰਦੇ ਨੂੰ ਇੰਨਾ ਰੱਬੀ ਪਿਆਰ ਚ ਦੇਖਣਾ ਚਾਹੁੰਦਾ ਆ ਕਿ ਉਹ ਜਾਨਵਰਾਂ ਤੇ ਵੀ ਤਰਸ ਕਰੇ। ਤੁਸੀਂ ਆਪਣੇ ਬੰਦਿਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਆਲੇ ਦੁਆਲੇ ਲੋਕਾਂ ਨੂੰ ਕਿੱਦਾਂ ਮੰਦੇ ਸ਼ਬਦ ਬੋਲ ਸਕਦੇ ਹੋ ਜਦ ਕਿ ਖੁਦਾ ਤੁਹਾਡੇ ਚ ਜਾਨਵਰਾਂ ਲਈ ਵੀ ਪਿਆਰ ਚਾਹੁੰਦਾ ਹੈ। ਤਾਂ ਉਹਨੇ ਕਿਹਾ ਇੱਕ ਜਾਨਵਰ ਨੂੰ ਜਿਹਦੇ ਅੰਦਰ ਪਵਿੱਤਰ ਆਤਮਾ ਦੇ ਨਿਵਾਸ ਲਈ ਪ੍ਰਾਣ ਨਹੀਂ ਹੁੰਦਾ ਤਾਂ ਵੀ ਇਹ ਖੁਦਾ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਸ ਦੀ ਅਗਵਾਈ ਕੀਤੀ। ਜਿੱਥੋਂ ਤੱਕ ਮੈਂ ਜਾਣਦਾ ਹਾਂ ਉਹ ਅੱਜ ਵੀ ਜਿਉਂਦੀ ਹੈ ਅਤੇ ਆਪਣੇ ਛੋਟੇ ਜਿਹੇ ਪਰਿਵਾਰ ਨੂੰ ਪਾਲ ਰਹੀ ਹੈ।
ਤਾਂ ਉਹਨੇ ਕਿਹਾ ਜੇਕਰ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੁਆਰਾ ਉਸ ਵਿਚਾਰੀ ਗੁੰਗੀ ਉਪਸਮ ਦੀ ਪ੍ਰਾਰਥਨਾ ਲਈ ਮੇਰੇ ਕੋਲ ਅਗਵਾਈ ਕਰ ਸਕਦਾ ਹੈ ਕਿ ਉਸ ਨੂੰ ਜੀਵਨ ਮਿਲੇ, ਤਾਂ ਫਿਰ ਤੁਸੀਂ ਉਪਸਮ ਤੋਂ ਕਿੰਨਾ ਵੱਧ ਕੇ ਹੋ। ਮੇਰੇ ਪਿਆਰੇ ਭਾਈਓ, ਕਿ ਤੁਸੀਂ ਵੀ ਅੱਜ ਰਾਤ ਇੱਥੇ ਦੁਆ ਕਰਾਉਣ ਲਈ ਨਹੀਂ ਆਏ ਹੋ। ਮੈਂ ਤੁਹਾਨੂੰ ਪੁੱਛਦਾ, ਕਿੰਨੇ ਵਿਸ਼ਵਾਸ ਕਰਦੇ ਆ ਕਿ ਖੁਦਾ ਅੱਜ ਵੀ ਮਜ਼ਬੂਤ ਹੈ, ਜ਼ਿੰਦਾ ਹੈ। ਮੈਂ ਭੈਣੋ ਤੁਹਾਡੇ ਹੱਥ ਦੇਖਣਾ ਚਾਹੁੰਦਾ ਹਾਂ ਜਿਹੜੇ ਉਸ ਪਰਮੇਸ਼ਰ ਦੀ ਪਾਵਰ 'ਚ ਵਿਸ਼ਵਾਸ ਰੱਖਦੇ ਆ। ਜੇ ਉਹਨੇ ਕਿਹਾ ਕੋ ਗੁੰਗੀ ਉਪਸਮ ਨੂੰ ਦੁਆ ਲਈ ਭੇਜ ਸਕਦਾ ਹੈ, ਤੁਸੀਂ ਤੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਵੱਧ ਕੇ ਹੋ। ਆਓ ਅਸੀਂ ਆਪਣੇ ਪੂਰੇ ਦਿਲ ਨਾਲ ਉਸ ਵੱਲ ਤੱਕੀਏ। ਤੁਸੀਂ ਜੋ ਇੱਥੇ ਬਿਮਾਰ ਪਏ ਹੋਏ ਹੋ, ਕਿ ਤੁਸੀਂ ਨਹੀਂ ਜਾਣਦੇ ਕਿ ਰਾਜਿਆਂ ਦਾ ਰਾਜਾ ਤੁਹਾਨੂੰ ਦੇਖ ਰਿਹਾ ਹੈ। ਚਿੰਤਾ ਨਾ ਕਰੋ, ਡਰੋ ਨਾ। ਹੋ ਸਕਦਾ ਤੁਸੀਂ ਕਹੋ ਉਹ ਪਰ ਮੈਂ ਤਾਂ ਪਰਮੇਸ਼ਰ ਲਈ ਬਹੁਤ ਅਯੋਗ ਹਾਂ, ਪਰ ਮੈਂ ਇਹ ਕਹਿੰਦਾ ਹਾਂ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਅਤੇ ਪਰਮੇਸ਼ਰ ਤੁਹਾਨੂੰ ਚਾਹੁੰਦਾ ਹੈ, ਉਹ ਤੁਹਾਨੂੰ ਪਿਆਰ ਕਰਦਾ ਹੈ। ਉਸਨੇ ਤੁਹਾਡੇ ਨਾਲ ਇੰਨਾ ਪਿਆਰ ਕੀਤਾ ਕਿ ਜਦ ਉਸ ਦਾ ਪਿਆਰ ਉਮੜਿਆ ਤਾਂ ਸਰਵ ਸ਼੍ਰੇਸ਼ਟ ਦਇਆ ਨੇ ਆਪਣੀ ਥਾਂ ਲੈ ਲਈ ਅਤੇ ਉਸਨੇ ਤੁਹਾਨੂੰ ਛੁਡਾਉਣ ਲਈ ਇੱਕ ਮੁਕਤੀਦਾਤਾ ਭੇਜਿਆ ਅਤੇ ਉਸ ਮੁਕਤੀਦਾਤੇ ਵਿੱਚ ਉਹ ਆਪ ਸਾਡੇ ਅਪਰਾਧਾਂ ਲਈ ਘਾਇਲ ਹੋਇਆ, ਕਿਉਂਕਿ ਉਸਨੇ ਤੁਹਾਡੇ ਨਾਲ ਪਿਆਰ ਕੀਤਾ। ਖੁਦਾ ਨੇ ਆਪਣੇ ਲੋਕਾਂ ਦੇ ਦੁੱਖਾਂ ਨੂੰ ਦੇਖਿਆ ਅਤੇ ਉਸਦੇ ਕੋੜੇ ਖਾਣ ਨਾਲ ਤੁਸੀਂ ਚੰਗੇ ਹੋ ਗਏ। ਪਰਮੇਸ਼ਰ ਦੀ ਦਇਆ ਹੀ ਰਾਹ ਬਣਾ ਰਹੀ ਹੈ, ਕਿਉਂਕਿ ਉਸਦੇ ਪਿਆਰ ਨੂੰ ਇਸ ਦੀ ਲੋੜ ਸੀ ਅਤੇ ਜਦ ਉਸਦੇ ਪਿਆਰ ਨੇ ਉਸਦੇ ਜਜ਼ਬਾਤਾਂ ਨੂੰ ਉਜਾਗਰ ਕੀਤਾ ਤਾਂ ਮਸੀਹ ਆਪਣਾ ਸਥਾਨ ਲੈਣ ਲਈ ਬਾਹਰ ਨਿਕਲ ਕੇ ਆਇਆ। ਇਸ ਦੀ ਲੋੜ ਸੀ ਕਿ ਕੋਈ ਸਥਾਨ ਲਵੇ, ਸਿਰਫ ਉਸ ਦਾ ਪਿਆਰ ਹੀ ਤੁਹਾਡੇ ਲਈ ਗਿਆ ਅਤੇ ਕਿਰਪਾ ਨੇ ਤੁਹਾਡੇ ਲਈ ਇੱਕ ਬਲੀਦਾਨ ਦਾ ਇੰਤਜ਼ਾਮ ਕੀਤਾ। ਉਹਦੇ ਪਿਆਰ ਨੇ ਤੁਹਾਡੇ ਲਈ ਪ੍ਰਭੂ ਭੋਜ ਦਾ ਇੰਤਜ਼ਾਮ ਕੀਤਾ। ਹੁਣ ਤੁਹਾਨੂੰ ਬਸ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਦਾ ਵਿਸ਼ਵਾਸ ਕਰੋ। ਜੋ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ ਨਾਸ਼ ਨਾ ਹੋਵੇਗਾ ਔਰ ਉਸ ਕੋਲ ਅਨੰਤ ਜੀਵਨ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦਰਸ਼ਨ ਨੂੰ ਫਲ ਲਿਆ ਹੈ। ਖੁਦਾ ਦੀ ਯੋਜਨਾ ਵਿੱਚ ਸਭ ਤੋਂ ਮਹਾਨ ਔਜ਼ਾਰ ਪਿਆਰ ਹੈ। ਪਰਮੇਸ਼ਰ ਪ੍ਰੇਮ ਹੈ। ਬਾਈਬਲ ਕਹਿੰਦੀ ਹੈ ਕਿ ਉਹ ਪਿਆਰ ਹੈ ਅਤੇ ਜਦ ਤੁਸੀਂ ਉਸ ਦੇ ਬੱਚਿਆਂ ਵਿੱਚੋਂ ਇੱਕ ਬਣ ਜਾਂਦੇ ਹੋ ਤਾਂ ਤੁਸੀਂ ਉਸ ਪਿਆਰ ਦਾ ਇੱਕ ਹਿੱਸਾ ਬਣ ਜਾਂਦੇ ਹੋ। ਖੁਦਾ ਦੀ ਯੋਜਨਾ ਦਾ ਇੱਕ ਹਿੱਸਾ ਬਣ ਜਾਂਦੇ ਹੋ। ਤੁਸੀਂ ਉਸ ਦੀ ਰਿਆਸਤ ਦੀ ਪ੍ਰਜਾ ਬਣ ਜਾਂਦੇ ਹੋ। ਜਦ ਤੁਸੀਂ ਇੰਜ ਕਰਦੇ ਹੋ ਤਾਂ ਤੁਸੀਂ ਪਰਮੇਸ਼ਰ ਦੇ ਪੁੱਤਰ ਜਾਂ ਪੁੱਤਰੀ ਬਣ ਜਾਂਦੇ ਹੋ ਅਤੇ ਉਸਨੇ ਕਿਹਾ ਸੀ ਕਿ ਉਹ ਤੁਹਾਨੂੰ ਅਨੰਤ ਜੀਵਨ ਦੇਵੇਗਾ। ਹੁਣ ਅਨੰਤ ਜੀਵਨ ਯੂਨਾਨੀ ਭਾਸ਼ਾ ਵਿੱਚ ਵਰਤਿਆ ਗਿਆ ਸ਼ਬਦ ਜੋਈ ਹੈ, ਜਿਸ ਦਾ ਮਤਲਬ ਹੈ ਪਰਮੇਸ਼ਰ ਦਾ ਆਪਣਾ ਜੀਵਨ। ਖੁਦਾ ਦਾ ਪਿਆਰ ਤੁਹਾਡੇ ਤੇ ਉਮੜਦਾ ਹੈ, ਫਿਰ ਤੁਸੀਂ ਉਸ ਦੇ ਬੱਚੇ ਬਣ ਜਾਂਦੇ ਹੋ ਜੋ ਖੁਦਾ ਤੋਂ ਜਨਮੇ ਜਾਂ ਖੁਦਾ ਵਿੱਚੋਂ ਬਾਹਰ ਨਿਕਲੇ ਹੋਏ ਹਨ ਅਤੇ ਇਹ ਤੁਹਾਡਾ ਖੁਦਾ ਦੇ ਨਾਲ ਅਜਿਹਾ ਸੰਬੰਧ ਜੋੜਦਾ ਹੈ ਕਿ ਹੁਣ ਤੁਸੀਂ ਉਸ ਦੇ ਪੁੱਤਰ ਜਾਂ ਪੁੱਤਰੀ ਹੋ। ਖੁਦਾ ਜੋ ਰਚਨਹਾਰਾ ਹੈ ਉਸੇ ਨੇ ਆਪਣੇ ਬੋਲੇ ਹੋਏ ਵਚਨ ਰਾਹੀਂ ਆਪਣੀ ਸ਼ਕਤੀ ਨਾਲ ਸਾਰੀਆਂ ਚੀਜ਼ਾਂ ਉਤਪਤ ਕੀਤੀਆਂ ਹਨ ਅਤੇ ਹਰ ਇੱਕ ਚੀਜ਼ ਪਰਮੇਸ਼ਰ ਦਾ ਵਚਨ ਹੈ ਜੋ ਪ੍ਰਗਟ ਹੋਇਆ ਹੈ। ਸਾਰਾ ਸੰਸਾਰ ਉਸੇ ਦੁਆਰਾ ਬਣਾਇਆ ਗਿਆ ਅਤੇ ਅਸੀਂ ਕਿਵੇਂ ਗਲਤੀ ਕਰਦੇ ਹਾਂ ਜਦ ਅਸੀਂ ਪਰਮੇਸ਼ਰ ਦੇ ਵਚਨ ਦੀ ਲਾਪਰਵਾਹੀ ਕਰਦੇ ਹਾਂ ਜਾਂ ਆਪਣੀ ਕਲਪਨਾ ਨਾਲ ਪਰਮੇਸ਼ਰ ਦੀ ਸ਼ਕਤੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਧਰਤੀ ਜਿਸ ਤੇ ਅਸੀਂ ਅੱਜ ਰਾਤ ਖਲੋਤੇ ਹੋਏ ਹਾਂ ਉਹ ਸਿਰਫ ਖੁਦਾ ਦਾ ਵਚਨ ਹੀ ਹੈ ਜੋ ਪ੍ਰਗਟ ਹੋਇਆ ਹੈ। ਪਰਮੇਸ਼ਰ ਨੇ ਆਪਣੇ ਬੋਲੇ ਹੋਏ ਵਚਨ ਨਾਲ ਜਹਾਨ ਨੂੰ ਬਣਾਇਆ। ਆਓ ਆਪਣੇ ਸਿਰਾਂ ਝੁਕਾਉਂਦੇ ਹਾਂ। ਆਓ ਆਪਣੇ ਆਪ ਨੂੰ ਉਸ ਤੇ ਅੱਗੇ ਨੀਵਾਂ ਕਰੀਏ, ਉਸ ਦੇ ਮਹਾਨ ਸ਼ਕਤੀਸ਼ਾਲੀ ਪਿਆਰ ਦੇ ਕੇ। ਉਹਦਾ ਪਿਆਰ ਹੀ ਹੈ ਜਿਹੜਾ ਸਾਮਰੀ ਵਰਗੀ 6 ਆਦਮੀ ਕਰ ਚੁੱਕੀ ਔਰਤ ਨੂੰ ਵੀ ਮਸੀਹ ਬਣਾ ਸਕਦਾ ਹੈ। ਉਹਦਾ ਪਿਆਰ ਹੀ ਜਿਹੜਾ ਮਰ ਰਹੇ ਡਾਕੂ ਨੂੰ ਅਨੰਤ ਜੀਵਨ ਦਾ ਅਧਿਕਾਰੀ ਬਣਾ ਸਕਦਾ ਹੈ। ਇਹ ਉਹਦਾ ਪਿਆਰ ਹੀ ਹੈ ਜੋ ਪਥਰਾਵ ਲਈ ਤਿਆਰ ਇੱਕ ਔਰਤ ਨੂੰ ਕਹਿ ਸਕਦਾ ਹੈ ਕਿ ਮੈਂ ਤੈਨੂੰ ਜੀਵਨ ਦਿੰਦਾ ਹਾਂ। ਆਓ ਜਦ ਅਸੀਂ ਸਾਰੇ ਝੁਕੇ ਹੋਏ ਹਾਂ ਕਿ ਤੁਸੀਂ ਪਰਮੇਸ਼ਰ ਦੇ ਪਿਆਰ ਲਈ ਧੰਨਵਾਦ ਕਰ ਸਕਦੇ ਹੋ, ਕਿ ਤੁਸੀਂ ਉਹਦੇ ਸਾਮਰਥ ਦੇ